जापान च गड्डियां बड़ियां सस्तियां ने, कुत्तेहार गड्डियां पईयां ने मिलदियां ने। हुण मैं तुहानूं दसना कि गड्डी लै ते मैं लईए सस्ती लईए दोस्त कोलों लईए। ये भी मैं अपने किसी दोस्त दे यार्ड ते जाके टोयोटा दी कोई गड्डी पई सी ਉਹਦੇ ਚੋਂ ਬਲਬ ਕੱਢ ਕੇ ਇਹਦੇ 'ਚ ਪਾ ਲਿਆ। अस्सलाम वालेकुम। पाकिस्तानी भाई ने उन्होंने माशाल्लाह अच्छा कमेंट किया कि पाकिस्तान होंदा ते साडा भरा जिहड़ा आल्टो भी ना लै सकदा ते लेकिन जापान च प्रियस रखी है, माशाल्लाह बड़ी गल है। ठीक है, तुसी मेरी खुशी च खुश होए, लेकिन मैं तुहानूं अज दी थोड़ी जी हकीकत दसांगा कि जापान दे विच गड्डी लैना कितना आसान है ते गड्डी नूं रखना कितना मुश्किल है। ठीक है, मतलब है कि मैं तुहानूं अपनी गड्डी दिखाना। मेरे कोल टोयोटा दी प्रियस मेरे कोल गड्डी है। ठीक है, बज़ाहिर मतलब अच्छी गड्डी है, साफ़ सुथरी गड्डी है, 1800 सीसी गड्डी है ਤੇ ਬੜਾ ਮਜ਼ਾ ਆਉਂਦਾ ਇਹਦੇ ਚਲਾਉਣ 'ਚ। ਹਾਈਬ੍ਰਿਡ ਫਿਊਲ ਦੀ ਐਵਰੇਜ ਬਹੁਤ ਅੱਛੀ ਹੈ ਤੇ ਇਹ ਤੁਹਾਨੂੰ ਮੈਂ ਬਾਹਰੋਂ ਵੀ ਦਿਖਾਣਾ। ਜਾਪਾਨ ਦੇ ਵਿੱਚ ਤਕਰੀਬਨ 5 ਸਾਲ ਪਹਿਲੇ ਮੈਂ ਆਪਣੀ ਗੱਡੀ ਖਰੀਦੀ ਸੀ। ਮੇਰੀ ਜਾਪਾਨ ਦੇ ਵਿੱਚ ਪਹਿਲੀ ਗੱਡੀ ਇਹੀ ਹੈ ਤੇ ਮੈਂ ਉਦੋਂ ਦੀ ਇਹੀ ਗੱਡੀ ਆਪਣੇ ਕੋਲ ਰੱਖੀ ਹੋਈ ਹੈ। ਟੋਯੋਟਾ ਦੀ ਪ੍ਰੀਅਸ ਗੱਡੀ 2009 ਮਾਡਲ ਹੈ, ਸਾਫ਼ ਸੁਥਰਾ। ਹੁਣ ਮੈਂ ਤੁਹਾਨੂੰ ਦੱਸਣਾ ਕਿ ਗੱਡੀ ਲੈ ਤੇ ਮੈਂ ਲਈ ਹੈ ਸਸਤੀ ਲਈ ਹੈ। ਪਾਕਿਸਤਾਨੀ ਮੈਂ ਲਈ ਹੋਏਗੀ ਤਕਰੀਬਨ ਕੋਈ 7-8 ਲੱਖ ਰੁਪਏ ਦੀ ਉਦੋਂ ਇਸ ਤੋਂ ਵੀ ਇਹਦੀ ਕੰਡੀਸ਼ਨ ਸਾਫ਼ ਸੀ। 5 ਸਾਲ ਹੁਣ ਪੁਰਾਣੀ ਹੋ ਗਈ ਹੈ। ਲੇਕਿਨ ਸਾਲ ਦੇ ਵਿੱਚ ਇਹ ਗੱਡੀ ਮੈਂ ਅਗਰ ਇੱਥੇ ਖੜੀ ਰੱਖਾਂ ਕੁਛ ਵੀ ਨਾ ਪੇ ਕਰਾਂ, ਨਾ ਕਿਧਰੇ ਲੈ ਕੇ ਜਾਵਾਂ, ਨਾ ਇਹਦਾ ਕੋਈ ਇਹਦੇ 'ਤੇ ਖਰਚਾ ਕਰਾਂ, ਨਾ ਇਹਦਾ ਕੋਈ ਪਾਰਟਸ ਚੇਂਜ ਕਰਾਵਾਂ, ਤਾਂ ਵੀ ਇਹ ਮੈਨੂੰ ਪਾਕਿਸਤਾਨੀ ਕੋਈ 6-7 ਲੱਖ ਰੁਪਏ 'ਚ ਪੈਂਦੀ ਹੈ ਖਾਲੀ ਖੜੀ ਗੱਡੀ। ਇਹ ਹੁਣ ਉਹ ਖਰਚੇ ਤੁਹਾਨੂੰ ਮੈਂ ਗਿਣਾ ਦੇਣਾ ਵਾ ਕਿ ਇੱਥੇ ਇਹ ਜਿਹੜੀ ਪਾਰਕਿੰਗ ਹੈ ਨਾ, ਇੱਥੇ ਹਰ ਬੰਦੇ ਨੇ ਆਪਣੀ ਪਾਰਕਿੰਗ 'ਤੇ ਗੱਡੀ ਖਿਲਾਰਨੀ ਹੁੰਦੀ ਹੈ, ਦੂਸਰੇ ਦੀ ਪਾਰਕਿੰਗ 'ਤੇ ਨਹੀਂ ਖਿਲਾਰ ਸਕਦਾ ਕਿਉਂਕਿ ਇੱਥੇ ਹਰ ਬੰਦੇ ਦੀ ਆਪਣੀ ਖਾਸ ਪਾਰਕਿੰਗ ਹੈ। ਇਸ ਪਾਰਕਿੰਗ ਦਾ ਖਾਲੀ ਪਾਕਿਸਤਾਨੀ ਮਹੀਨੇ ਦਾ ਮੈਂ 20,000 ਰੁਪਇਆ ਰੈਂਟ ਦੇਣਾ ਵਾ ਸਿਰਫ ਪਾਰਕਿੰਗ ਦਾ। ਉਸ ਤੋਂ ਬਾਅਦ ਇਸ ਗੱਡੀ ਦੀ ਜਿਹੜੀ ਹੈ ਐਕਸੀਡੈਂਟਲ ਇੰਸ਼ੋਰੈਂਸ ਜਿਹੜੀ ਹੈ ਉਹ ਤੱਕ ਐਕਸੀਡੈਂਟ ਹੋ ਜਾਏ ਤੇ ਮੇਰੀ ਸੇਫਟੀ ਵਾਸਤੇ ਉਹ ਤਕਰੀਬਨ ਪਾਕਿਸਤਾਨੀ ਕੋਈ 10,000 ਰੁਪਇਆ ਉਹ ਜਾਂਦਾ ਹਰ ਮਹੀਨੇ। ਠੀਕ ਹੈ, 1,20,000 ਉਹ ਹੋ ਗਿਆ। ਉਸ ਤੋਂ ਬਾਅਦ ਇਸ ਗੱਡੀ ਦੇ ਜਿਹੜੇ ਰੋਡ ਦੇ ਟੈਕਸ ਨੇ, ਰੋਡ 'ਤੇ ਚੱਲਣ ਦੇ, ਗੱਡੀ ਭਾਵੇਂ ਖਲੋਤੀ ਹੈ ਲੇਕਿਨ ਤੁਸੀਂ ਦੱਸਿਆ ਕਿ ਮੈਂ ਗੱਡੀ ਰੱਖੀ ਹੋਈ ਹੈ, ਉਹਦਾ ਤੁਸੀਂ ਟੈਕਸ ਦੇਣਾ। ਉਹ ਸਾਲ ਦਾ ਜਿਹੜਾ ਟੈਕਸ ਹੈ ਇਸ ਗੱਡੀ ਦਾ ਉਹ ਤਕਰੀਬਨ 1 ਲੱਖ ਰੁਪਇਆ ਉਹ ਟੈਕਸ ਹੈ ਸਾਲ ਦਾ। ਉਸ ਤੋਂ ਬਾਅਦ ਜਿਹੜੇ ਟੋਕਨ ਲੱਗਦੇ ਨੇ ਪਾਕਿਸਤਾਨ ਦੇ ਵਿੱਚ ਗੱਡੀ ਦੇ, ਪਤਾ ਨਹੀਂ ਉਹ ਕੀ ਉੱਥੇ ਟੋਕਨ ਆਖਦੇ ਨੇ, ਇੱਥੇ ਸ਼ਾਕਨ ਆਖਦੇ ਨੇ। ਮਤਲਬ ਹੈ ਕਿ ਗੱਡੀ ਦੇ ਉੱਤੇ 2 ਸਾਲ ਬਾਅਦ ਇੰਸਪੈਕਸ਼ਨ ਹੁੰਦੀ ਹੈ, ਉਸ ਇੰਸਪੈਕਸ਼ਨ ਦੀ ਇੱਕ ਫੀਸ ਹੈ। ਠੀਕ ਹੈ, ਉਹ ਵੀ ਸਮਝ ਲਓ 2 ਸਾਲ ਬਾਅਦ ਕੋਈ ਲੱਖ 1.5 ਲੱਖ ਰੁਪਇਆ ਉਹ ਹੁੰਦਾ ਹੈ। ਮਤਲਬ ਹੈ ਕਿ ਅਗਰ ਇਹ ਗੱਡੀ ਖਲੋਤੀ ਰਹੇ ਨਾ, ਜਾਪਾਨ ਦਾ ਹਾਈਵੇ ਜਿਹੜਾ ਹੈ, ਵੱਡੇ ਜਿਹੜੇ ਹਾਈਵੇ ਨੇ, ਜੇ ਤੁਸੀਂ ਦੂਸਰੇ ਸ਼ਹਿਰਾਂ 'ਚ ਜਾਂਦੇ ਹੋ ਜਲਦੀ ਪਹੁੰਚਣਾ ਹੁੰਦਾ ਹੈ ਤੇ ਉਹਦੇ ਤੁਸੀਂ ਬਹੁਤ ਜ਼ਿਆਦਾ ਪੈਸੇ ਪੇ ਕਰਦੇ ਹੋ। ਜਾਪਾਨ ਦਾ ਹਾਈਵੇ ਜਿਹੜਾ ਹੈ ਵਰਲਡ ਦੇ ਮੋਸਟ ਐਕਸਪੈਂਸਿਵ ਹਾਈਵੇਜ਼ ਦੇ ਵਿੱਚ ਇੱਕ ਹਾਈਵੇ ਵੇ। ਠੀਕ ਹੈ ਨਾ, ਕਹਿਣ ਦਾ ਮਕਸਦ ਸਿਰਫ ਇਹ ਵੇ ਕਿ ਲੋਕ ਇਹਦੇ ਦੱਸਦੇ ਨੇ ਕਿ ਜਾਪਾਨ 'ਚ ਗੱਡੀਆਂ ਬੜੀਆਂ ਸਸਤੀਆਂ ਨੇ, ਕੁੱਤੇਹਾਰ ਗੱਡੀਆਂ ਪਈਆਂ ਨੇ ਮਿਲਦੀਆਂ ਨੇ ਤੇ ਖਰੀਦ ਲੈਂਦੇ ਹਾਂ ਅਸੀਂ। ਲੇਕਿਨ ਗੱਡੀ ਰੱਖ ਕੇ ਉਹਨੂੰ ਚਲਾਉਣਾ, ਉਹਨੂੰ ਮੇਨਟੇਨ ਰੱਖਣਾ ਬਹੁਤ ਜ਼ਿਆਦਾ ਖਰਚਾ ਹੁੰਦਾ। ਇੱਕ ਹੋਰ ਗੱਲ ਤੁਹਾਨੂੰ ਦੱਸਣਾ ਕਿ ਪਾਕਿਸਤਾਨੀਆਂ ਵਾਸਤੇ ਇਹ ਕੰਮ ਈਜ਼ੀ ਹੈ ਕਿਉਂਕਿ ਇਹ ਗੱਡੀ ਮੈਂ ਲਈ ਹੈ, ਮੈਂ ਆਪਣੇ ਦੋਸਤ ਕੋਲੋਂ ਲਈ ਹੈ, ਉਹਦੇ ਕੋਲੋਂ ਮੈਂ ਸਸਤੀ ਲਈ ਹੈ। ਇਹੀ ਗੱਡੀ ਮੈਂ ਅਗਰ ਕਿਸੇ ਜਾਪਾਨੀ ਕਾਰ ਸ਼ੌਪ ਤੋਂ ਲੈਂਦਾ, ਉੱਥੇ ਮੈਨੂੰ ਇਹ ਗੱਡੀ ਇਸ 3 ਗੁਣਾ ਜ਼ਿਆਦਾ ਮਹਿੰਗੀ ਮਿਲਦੀ ਹੈ ਗੱਡੀ। ਦੂਸਰਾ ਕਿ ਅਸੀਂ ਜੁਗਾੜੀਏ ਹਾਂ, ਤੁਹਾਨੂੰ ਪਤਾ ਇਸ ਗੱਡੀ ਦੇ ਵਿੱਚ ਕਿੰਨੀ ਦਫਾ ਚੀਜ਼ਾਂ ਖਰਾਬ ਹੋਈਆਂ ਨੇ। ਬੈਟਰੀ ਖਰਾਬ ਹੋਈ ਹੈ, ਮੈਂ ਬੈਟਰੀ ਕਿਸੇ ਦੋਸਤ ਦੇ ਯਾਰਡ 'ਤੇ ਗਿਆ ਮੈਂ, ਉੱਥੋਂ ਬੈਟਰੀ ਚੇਂਜ ਕਰਾ ਲਈ ਹੈ। ਉਸ ਤੋਂ ਬਾਅਦ ਇਹ ਹੈਡਲਾਈਟਾਂ ਜਿਹੜੀਆਂ ਨੇ 2-3 ਦਫਾ ਸੜ ਗਈਆਂ ਸਨ। ਠੀਕ ਹੈ, ਇਹ ਵੀ ਮੈਂ ਆਪਣੇ ਕਿਸੇ ਦੋਸਤ ਦੇ ਯਾਰਡ 'ਤੇ ਜਾ ਕੇ ਟੋਯੋਟਾ ਦੀ ਕੋਈ ਗੱਡੀ ਪਈ ਸੀ, ਉਹਦੇ 'ਚੋਂ ਬਲਬ ਕੱਢ ਕੇ ਇਹਦੇ 'ਚ ਪਾ ਲਿਆ। ਇਹ ਸਿੱਧਾ ਮੇਰਾ ਖਰਚਾ ਬਚਿਆ। ਇਸੇ ਤਰ੍ਹਾਂ ਬਹੁਤ ਜ਼ਿਆਦਾ ਖਰਚੇ ਅਸੀਂ ਇੰਝ ਬਚਾਉਂਦੇ ਹਾਂ, ਉਹਦੇ ਬਾਵਜੂਦ ਇਹ ਗੱਡੀ ਸਾਨੂੰ ਕਾਫੀ ਮਹਿੰਗੀ ਪੈਂਦੀ ਹੈ। ਲੇਕਿਨ ਅਗਰ ਕਿਸੇ ਨੇ ਦਿਖਾਵਾ ਕਰਨਾ ਹੈ ਕਿ ਭਾਈ ਜੀ ਮੈਂ ਗੱਡੀਆਂ 'ਚ ਫਿਰਨਾ ਵਾ, ਹਰ ਦੂਸਰਾ ਤੀਸਰਾ ਜਾਪਾਨ 'ਚ ਰਹਿਣ ਵਾਲਾ ਬੰਦਾ ਤੁਹਾਨੂੰ ਇੰਝ ਸਟੇਟਸ ਲਾਉਂਦਾ ਹੋਇਆ ਨਜ਼ਰ ਆਏਗਾ, ਉਹ ਗੱਡੀ ਉਹਦੀ ਨਹੀਂ ਹੁੰਦੀ, ਜਾਂ ਉਹ ਗੱਡੀ ਉਹਦੀ ਨਹੀਂ ਹੁੰਦੀ ਉਹਨੇ ਵੇਚਣੀ ਹੁੰਦੀ ਹੈ, ਤੇ ਜਾਂ ਉਹ ਗੱਡੀ ਜਿਹੜੀ ਹੈ ਉਹਨੇ ਕਿਸ਼ਤਾਂ 'ਤੇ ਲਈ ਹੁੰਦੀ ਹੈ। ਠੀਕ ਹੈ, ਲੈਂਡ ਕਰੂਜ਼ਰ ਮੈਂ ਕਢਾ ਸਕਣਾ। ਮੇਰੇ ਕੋਲ ਜੋ ਸਟੇਟਸ ਹੈ ਜਾਪਾਨ ਦੇ ਵਿੱਚ ਮੈਂ ਰਹਿਣਾ ਵਾ, ਮੇਰੀ ਇੱਕ ਪ੍ਰੋਪਰ ਮੇਰੀ ਸੈਲਰੀ ਆ ਰਹੀ ਹੈ, ਭਾਵੇਂ 2-3 ਲੱਖ ਰੁਪਇਆ ਵੀ ਆ ਰਹੀ ਹੈ, ਪਿਛਲੇ 2-3 ਸਾਲ ਦਾ ਮੇਰਾ ਰਿਕਾਰਡ ਅੱਛਾ ਹੈ, ਮੈਂ ਪ੍ਰਾਡੋ ਕਢਾ ਸਕਣਾ। ਮੈਂ ਸਿਰਫ ਸਾਲ ਦੀ ਉਹਦੀ ਮਹੀਨੇ ਦੀ ਉਹਦੀ 50-60-70 ਹਜ਼ਾਰ ਰੁਪਇਆ ਕਿਸ਼ਤ ਦੇਣੀ ਹੈ। ਠੀਕ ਹੈ, ਮੈਂ ਵੀ ਪ੍ਰਾਡੋ ਕਢਾ ਸਕਣਾ, ਕਿਸੇ ਨੂੰ ਕੀ ਪਤਾ। ਅਤੇ ਇਹ ਚੀਜ਼ਾਂ ਮੈਂ ਇਸ ਵਜ੍ਹਾ ਤੋਂ ਦੱਸ ਰਿਹਾ ਵਾਂ ਕਿ ਕੋਈ ਕਮ ਸੇ ਕਮ ਮੈਨੂੰ ਵੇਖ ਕੇ ਕੋਈ ਇਹ ਨਾ ਸਮਝੇ ਕਿ ਯਾਰ ਇਹ ਮੁੰਡਾ ਬੜੇ ਮੌਜ 'ਚ ਹੈਗਾ, ਬੜਾ ਇੰਜੋਏ ਕਰ ਰਿਹਾ, ਚਿਲ ਕਰ ਰਿਹਾ। ਅੱਲਾ ਦਾ ਬਹੁਤ ਸ਼ੁਕਰ ਹੈ ਮੈਂ ਇੰਜੋਏ ਕਰ ਰਿਹਾ, ਲੇਕਿਨ ਇੱਕ ਦਾਇਰੇ ਦੇ ਅੰਦਰ ਰਹਿ ਕੇ ਸਟਰਗਲ ਵੀ ਨਾਲ ਕਰ ਰਿਹਾ। ਮੈਂ ਵਿਹਲਾ ਨਹੀਂ ਬੈਠਾ ਹੋਇਆ, ਕੋਈ ਵੀ ਵਿਹਲਾ ਨਹੀਂ, ਮੇਰੇ ਨਾਲ ਮਿਹਨਤ ਕਰਦਾ ਹੈ, ਲੇਕਿਨ ਸ਼ੋਅ ਆਫ ਮੈਨੂੰ ਕਰਨਾ ਪਸੰਦ ਨਹੀਂ ਹੈ। ਹਕੀਕਤ ਦੱਸਣਾ ਪਸੰਦ ਹੈ, ਹਕੀਕਤ ਤੋਂ ਆਗਾਹ ਕਰਨਾ ਪਸੰਦ ਹੈ। ਤੁਹਾਨੂੰ ਦੱਸਿਆ ਨਾ, ਕੋਈ ਵੀ ਨਹੀਂ, ਜ਼ਿਆਦਾਤਰ ਬੰਦੇ ਇਹ ਗੱਲ ਨਹੀਂ ਦੱਸਦੇ। ਠੀਕ ਹੈ, ਜ਼ਿਆਦਾਤਰ ਤੁਹਾਨੂੰ ਇਹੀ ਪਤਾ ਹੋਏਗਾ ਕਿ ਜਾਪਾਨ ਦੇ ਵਿੱਚ ਤਾਂ ਬੜੀ ਸਸਤੀ ਗੱਡੀ ਲੱਭ ਜਾਂਦੀ ਹੈ, ਲੇਕਿਨ ਉਹ ਗੱਡੀ ਨੂੰ ਰੱਖਣਾ, ਉਹਨੂੰ ਮੇਨਟੇਨ ਕਰਨਾ, ਇਹ ਬਹੁਤ ਜਿਹੜਾ ਨਾ ਮੁਸ਼ਕਿਲ ਕੰਮ ਹੈ। ਗੱਡੀ ਲੈਣਾ ਆਸਾਨ ਹੈ, ਗੱਡੀ ਨੂੰ ਰੱਖਣਾ ਬਹੁਤ ਮੁਸ਼ਕਿਲ ਹੈ। ਅਤੇ ਇਹ ਚੀਜ਼ ਹੈ, ਇਹ ਤੁਹਾਨੂੰ ਨੌਲੇਜ ਥੋੜ੍ਹਾ ਜਿਹਾ ਦਿੱਤਾ ਮੈਂ।